ਜੋ ਇਸ ਸੱਦੇ ਤੇ ਤੁਸੀਂ ਇਕੱਠੇ ਹੋਏ ਹੋ। ਬਾਕੀ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਤਕਰੀਬਨ 4-5 ਮਹੀਨੇ ਤੋਂ ਹੀ ਸੰਘਰਸ਼ ਲੜਿਆ ਜਾ ਰਿਹਾ ਹੈ। ਗੱਲ ਆ ਗਈ ਆ ਹੁਣ, ਜਿਵੇਂ ਬਜ਼ੁਰਗ ਗੱਲ ਕਰਦੇ ਸੀਗੇ ਕਿ ਇਹ ਜ਼ਮੀਨਾਂ ਜਿਹੜੀਆਂ ਨਾ ਭੁੱਖੇ ਰਹਿ ਕੇ ਬੜੇ ਸਰਫੇ ਕਰ ਕਰਕੇ ਤੇ ਸਾਡੇ ਵੱਡੇ ਵਡੇਰਿਆਂ ਨੇ ਬੜੀਆਂ ਮਿਹਨਤਾਂ ਕਰਕੇ ਬਣਾਈਆਂ। ਬਾਪੂ ਜੀ ਹੁਣੀ ਦੱਸ ਦਿੰਦੇ ਸੀਗੇ ਵੀ ਸਾਰੀਆਂ ਮੈਰਾਂ ਪਈਆਂ ਹੁੰਦੀਆਂ ਸੀ ਕਾਹ ਪੱਟ ਕੇ ਕਈਆਂ ਨਾਲ, ਤੇ ਫਿਰ ਜਾ ਕੇ ਜ਼ਮੀਨਾਂ ਬਣਾਈਆਂ, ਕਿਉਂਕਿ ਹੁਣ ਵਾਲੇ ਸਾਧਨ ਤਾਂ ਹੈ ਨਹੀਂ ਸੀ। ਪਰ ਜਿਹੜੀਆਂ ਇੰਨੀਆਂ ਮਿਹਨਤਾਂ ਨਾਲ ਜ਼ਮੀਨਾਂ ਬਣਾਈਆਂ, ਅਸੀਂ ਆਪਣਾ ਸਾਰਾ ਸਿਸਟਮ ਸੈੱਟ ਕੀਤਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਵਾ ਉਹਨਾਂ ਦਾ ਰੁਜ਼ਗਾਰ ਬਣਿਆ ਰਹੇ। ਪਰ ਅੱਜ ਸਰਕਾਰਾਂ ਦੀਆਂ ਨੀਤੀਆਂ ਨੇ ਇਹ ਕੰਮ ਇੱਥੇ ਲੈ ਆਂਦਾ ਕਿ ਉਹਨਾਂ ਜ਼ਮੀਨਾਂ ਤੇ ਡਾਕੇ ਜਾਣਾ, ਇੱਕ ਵਿਉਂਤਬੰਦੀ ਬਣਾਤੀ ਕਿ ਹੌਲੀ ਹੌਲੀ ਕਰਕੇ ਸਾਡੇ ਹੱਥੋਂ ਸਾਰਾ ਕੁਝ ਖੁੱਸ ਜੂ। ਤੇ ਉਹਦੇ ਅਗੇਂਸਟ ਜੋ ਸੰਘਰਸ਼ ਕਿਸਾਨ ਜਥੇਬੰਦੀਆਂ ਨੇ ਸ਼ੁਰੂ ਕੀਤਾ, ਕਿ ਸਭ ਤੋਂ ਸਾਨੂੰ ਮਾਣ ਵਾਲੀ ਗੱਲ ਵੀ ਆ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਸੰਘਰਸ਼ ਪੰਜਾਬ 'ਚ ਸ਼ੁਰੂ ਹੋਇਆ, ਬੜੀ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਰਹੀ ਕਿ ਪੰਜਾਬ ਨੇ ਬਹੁਤ ਤਕੜਾ ਹੁੰਗਾਰਾ ਦਿੱਤਾ ਇਸ ਚੀਜ਼ ਨੂੰ। ਤੇ ਜਿੱਦਾਂ ਉਸ ਤੋਂ ਬਾਅਦ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਤੇ ਜੋ ਕੁਝ ਵਾਪਰਿਆ ਰਸਤੇ ਵਿੱਚ, ਉਹ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਇੱਦਾਂ ਦਾ ਹੋਏਗਾ ਜਿਹੜਾ ਉਸ ਚੀਜ਼ ਤੋਂ ਜਾਣੂ ਨਹੀਂ। ਉਸ ਤੋਂ ਬਾਅਦ ਦਿੱਲੀ ਵਿੱਚ ਵੀ ਸੰਘਰਸ਼ ਬੜੇ ਜੋਬਨ ਤੇ ਚੱਲਦਾ ਰਿਹਾ ਤੇ ਵੱਖ-ਵੱਖ ਪੜਾਅ ਕੱਢੇ, ਸਰਕਾਰ ਨਾਲ ਵੀ ਗੱਲਾਂ ਬਾਤਾਂ ਹੋਈਆਂ। ਪਰ 26 ਦੀ ਕਾਲ ਜਿਹੜੀ ਸੀ ਬਹੁਤ ਵੱਡੀ ਸੀ, ਇੱਕ ਇਤਿਹਾਸ ਵੀ ਸਿਰਜਿਆ ਜਾਣਾ ਸੀ, ਕਿਉਂਕਿ ਦੁਨੀਆ ਦੀਆਂ ਨਜ਼ਰਾਂ ਸੀ ਉਸ ਦਿਨ ਤੇ। ਔਰ ਜਿਸ ਗਿਣਤੀ ਵਿੱਚ ਸਾਡੇ ਵੀਰ, ਸਾਡੇ ਬਜ਼ੁਰਗ ਜਿਹੜੇ ਆ ਉਹ ਇੰਨੀ ਮਿਹਨਤ ਨਾਲ ਉੱਥੇ ਟਰੈਕਟਰ ਲੈ ਕੇ ਪਹੁੰਚੇ ਸੀਗੇ, ਇੱਕ ਦਿਨ ਵਿੱਚ ਡਰ ਵੀ ਸੀਗਾ ਕੋਈ ਹੋਰ ਭਾਣਾ ਦਾ ਵਰਤਿਆ ਜਾਵੇ। ਪਰ ਉੱਥੇ ਵੀ ਆਣ ਕੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਕੁਝ ਨਾ ਕੁਝ ਹੱਦ ਤੱਕ ਕਾਮਯਾਬ ਹੋਈਆਂ। ਉਹਨਾਂ ਨੇ ਉਸ ਜਿਹੜੀ ਲਹਿਰ ਸੀਗੀ ਉਹਨੂੰ ਕਿਤੇ ਨਾ ਕਿਤੇ ਡਾਇਵਰਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਸਰਕਾਰ, ਉਹਦੇ ਵਿੱਚ ਕਾਮਯਾਬ ਹੋਈ। ਉਸ ਚੀਜ਼ ਤੋਂ ਬਾਅਦ ਵਿੱਚ ਇੱਕ ਜਿਹੜੀ ਨਿਰਾਸ਼ਾ ਸਾਡੀ ਜਨਤਾ ਦੇ ਵਿੱਚ ਆਈ, ਉਸ ਚੀਜ਼ ਨੂੰ ਦੇਖਦਿਆਂ ਸਾਰਿਆਂ ਦਿਲ 'ਚ ਇਹ ਗੱਲ ਆ ਗਈ ਕਿ ਕਿਤੇ ਨਾ ਕਿਤੇ ਮੋਰਚਾ ਜਿਹੜਾ ਉਹ ਕਮਜ਼ੋਰ ਹੋ ਰਿਹਾ, ਔਰ ਵਾਕਈ ਕਮਜ਼ੋਰ ਹੋ ਰਿਹਾ ਸੀ। ਉਸ ਦਾ ਕਾਰਨ ਇਹ ਸੀਗਾ, ਇੱਕ ਤਾਂ ਜਿਹੜਾ ਦੇਖੋ 3 ਲੱਖ ਟਰੈਕਟਰ, 3 ਲੱਖ ਦੇ ਕਰੀਬ ਟਰੈਕਟਰ ਪਹੁੰਚ ਚੁੱਕਾ ਸੀਗਾ ਉਹ ਉਸ ਦਿਨ 26 ਜਨਵਰੀ ਨੂੰ ਦਿੱਲੀ ਕਰਨਾਲ ਤੱਕ ਤਕਰੀਬਨ ਲਾਈਨ ਲੱਗੀ ਹੋਈ ਸੀ। ਜਿਹੜਾ 3 ਲੱਖ ਟਰੈਕਟਰ ਉੱਥੇ ਪਹੁੰਚਿਆ ਸੀਗਾ, ਉਹਨੇ ਵਾਪਸ ਤਾਂ ਆਉਣਾ ਸੀ, ਕਿਉਂਕਿ ਉਹਨਾਂ ਵਿੱਚੋਂ ਬਾਹਲੇ ਲੋਕ ਇੱਦਾਂ ਦੇ ਸੀਗੇ ਜਿਹੜੇ 26 ਦਾ ਹੀ ਪ੍ਰੋਗਰਾਮ ਬਣਾ ਕੇ ਗਏ ਸੀ ਕਿ 26 ਦੀ ਕਾਲ ਆਈ ਆ, ਅਸੀਂ 26 ਦਾ ਪ੍ਰੋਗਰਾਮ ਕਰਕੇ ਵਾਪਸ ਆ ਜਾਣਾ। ਪਰ ਜਿਹੜਾ ਗੋਦੀ ਮੀਡੀਆ ਉਹਨੇ ਇਹ ਚੀਜ਼ ਪ੍ਰਚਾਰ ਕੀਤੀ ਕਿ ਦੇਖੋ ਜੀ ਜਨਤਾ ਸਾਰੀ ਵਾਪਸ ਜਾ ਰਹੀ ਆ, ਤੇ ਮੋਰਚਾ ਜਿਹੜਾ ਚੱਕਿਆ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਹੈਗੇ ਸੀਗੇ ਭਾਜਪਾ ਵਰਕਰ, ਬੁੱਢੇ ਗੱਲ ਉਹਨਾਂ ਨੇ ਆਣ ਕੇ ਸਾਡੇ ਸੰਗਤਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਬੇਸ਼ੱਕ ਉਹ ਜਿਹੜੀ ਸਟੇਜ ਬੈਰੀਅਰ ਤੋਂ ਅਗਲੀ ਸਾਈਡ ਤੇ ਸੀਗੀ ਉਹਦੇ ਤੇ ਹੀ ਹੋਏ ਆ, ਪਰ ਹੈ ਤਾਂ ਵੀ ਆਪਣੇ ਸੀ ਸਾਰੇ, ਕਿਉਂਕਿ ਇੱਕ ਮੀਡੀਆ ਨੂੰ ਵੀ ਪੁਲਿਸ ਨੂੰ ਵੀ ਇੱਕ ਕਲੂ ਮਿਲ ਗਿਆ ਕਿ ਤੁਸੀਂ ਦੇਖੋ ਜੀ ਆਹ ਕੰਮ ਗਲਤ ਕੀਤਾ, ਆਹ ਗਲਤੀ ਕੀਤੀ ਆ ਤੁਸੀਂ, ਅਸੀਂ ਇਸ ਕਰਕੇ ਤੁਹਾਨੂੰ ਪਹਿਲਾਂ 2 ਮਹੀਨੇ ਬੈਠੇ ਰਹੇ, ਕਿਸੇ ਦੀ ਹਿੰਮਤ ਨਹੀਂ ਹੋਈ ਕਿਉਂਕਿ ਆਪਾਂ ਕਿਤੇ ਗਲਤ ਨਹੀਂ ਹੈਗੇ ਸੀਗੇ। ਪਰ ਉਸ ਦਿਨ ਦੀ ਗਲਤੀ ਨੇ ਇੱਕ ਸਾਰਿਆਂ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਨੂੰ ਇੱਕ ਗੱਲ ਕਹਿਣ ਦਾ ਬਹਾਨਾ ਮਿਲ ਗਿਆ ਜੀ। ਤਾਂ ਉਸ ਤੋਂ ਬਾਅਦ 'ਚ ਹੁਣ ਜਥੇਬੰਦੀਆਂ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਫਿਰ ਦੁਬਾਰਾ ਕਾਲ ਕੀਤੀ ਗਈ ਕਿ ਇਸ ਮੋਰਚੇ ਨੂੰ ਦੁਬਾਰਾ ਬੰਨ੍ਹਿਆ ਜਾਵੇ, ਮਜ਼ਬੂਤ ਕੀਤਾ ਜਾਵੇ। ਤੇ ਉਸ ਅਪੀਲ ਨੂੰ ਲੈ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਕਿ ਆਪਣਾ ਫਰਜ਼ ਬਣਦਾ ਹੈ, ਕਿਉਂਕਿ ਇਹ ਸੰਘਰਸ਼ ਤਾਂ ਸਾਡੇ ਵਾਸਤੇ ਲੜੇ ਜਾ ਰਹੇ ਆ ਨਾ। ਜਿਹੜੇ ਵੀਰ ਬੈਠੇ ਆ ਉਹ ਆਪਦੀ ਇਕੱਲੀ ਜ਼ਮੀਨ ਦਾ ਕਰਕੇ, ਇਹ ਤਾਂ ਹੈ ਨਹੀਂ ਵੀ ਜਿਹੜਾ ਪਿੰਡ ਚਲ ਗਿਆ ਉਸ ਪਿੰਡ ਦੇ ਵਾਸਤੇ ਉਹ ਕਾਨੂੰਨ ਰੱਦ ਹੋ ਜਾਣਗੇ ਤੇ ਸਾਡੇ ਉੱਤੇ ਲਾਗੂ ਹੋ ਜਾਣਗੇ, ਸਾਰਿਆਂ ਵਾਸਤੇ ਆ। ਤੇ ਸਾਡਾ ਇੱਕ ਕਹਿ ਲਓ ਵੀ ਫਰਜ਼ ਬਣਦਾ ਹੈ ਕਿ ਅਸੀਂ ਉੱਥੇ ਜਾ ਕੇ ਆਪਣੀ ਹਾਜ਼ਰੀ ਭਰੀਏ, ਕਿਉਂਕਿ ਇਸ ਟਾਈਮ ਲੋੜ ਆ ਸਾਡੀ ਸ਼ਮੂਲੀਅਤ ਦੀ। ਉੱਤੇ ਸਾਡੀ ਇੱਕ ਟਰਾਲੀ ਜਿਹੜੀ ਹੈ ਨਾ ਉਹ ਸਮਝ ਲਓ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਮਾਰਦੀ ਹੈ, ਤੇ ਅਸੀਂ ਜਿੰਨੀਆਂ ਚਪੇੜਾਂ ਮਾਰ ਲਾਂਗੇ, ਹੁਣ ਮੌਕਾ ਹੈ, ਹੁਣ ਇਤਿਹਾਸ ਕਹਿ ਲਓ ਵੀ ਇੱਕ ਕਰਵਟ ਲੈ ਰਿਹਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਣ ਜੋਗੇ ਹੋ ਜਾਣਗੇ ਵੀ ਜਦੋਂ ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਲੜਿਆ ਜਾ ਰਿਹਾ ਸੀ ਕਿ ਅਸੀਂ ਵੀ ਉਸ ਸੰਘਰਸ਼ ਵਿੱਚ ਪਹੁੰਚੇ ਸੀਗੇ। ਨਹੀਂ ਤਾਂ ਇਹ ਦੇਖੋ, ਇਹ ਜਿੱਦਾਂ ਆਪਾਂ ਪੁਰਾਣਾ ਇਤਿਹਾਸ ਪੜ੍ਹਦੇ ਆ ਨਾ, ਇਹ ਵੀ ਇੱਕ ਇਤਿਹਾਸ ਲਿਖਿਆ ਜਾਣਾ। ਤੇ ਜਦੋਂ ਸਾਡੇ ਬੱਚੇ ਪੜ੍ਹਨਗੇ ਉਹ ਪੁੱਛਿਆ ਕਰਨਗੇ ਕਿ ਪਾਪਾ ਤੁਸੀਂ ਵੀ ਉੱਥੇ ਹੈਗੇ ਸੀਗੇ, ਤੁਸੀਂ ਵੀ ਗਏ ਸੀਗੇ। ਤੇ ਜੇ ਗਏ ਹੋਵਾਂਗੇ ਤਾਂ ਮਾਣ ਨਾਲ ਕਹਾਂਗੇ ਵੀ ਹਾਂ ਵੀ ਅਸੀਂ ਉੱਥੇ ਗਏ ਸੀਗੇ, ਅਸੀਂ ਵੀ ਇਸ ਲੜਾਈ ਨੂੰ ਲੜਿਆ ਸੀ, ਸਾਡੀ ਵੀ ਜ਼ਮੀਨ ਜਾਗਦੀ ਸੀ। ਤੇ ਜੇ ਨਹੀਂ ਗਏ ਹੋਵਾਂਗੇ ਤਾਂ ਬੱਚਿਆਂ ਨੂੰ ਉਹਨੇ ਸ਼ਰਮਿੰਦੇ ਹੋਣਾ ਪਏਗਾ। ਬੱਚੇ ਕਹਿਣਗੇ ਕਿ ਤੁਹਾਨੂੰ ਸਾਡੇ ਭਵਿੱਖ ਦਾ ਫਿਕਰ ਨਹੀਂ ਹੈਗਾ ਸੀ, ਤੁਸੀਂ ਨਹੀਂ ਗਏ।
ਤੁਸੀਂ ਤਾਂ ਕਹਿੰਦੇ ਅਸੀਂ ਤੁਹਾਡੇ ਵਾਸਤੇ ਮਿਹਨਤਾਂ ਕਰ ਕਰਕੇ ਜ਼ਮੀਨਾਂ ਬਣਾਈਆਂ, ਤੇ ਜਦੋਂ ਉਹ ਜ਼ਮੀਨਾਂ ਨੂੰ ਸਾਂਭਣ ਦੀ ਵਾਰੀ ਆਈ ਸੀ ਉਦੋਂ ਤੁਸੀਂ ਕਿਉਂ ਨਾ ਗਏ? ਜਿੰਨੀ ਮਿਹਨਤ ਅਸੀਂ ਇਹ ਜ਼ਮੀਨਾਂ ਨੂੰ ਬਣਾਉਣ ਤੇ ਕੀਤੀ ਹੈ ਨਾ, ਤੇ ਇਹ ਜੇ ਸੰਘਰਸ਼ ਅਸੀਂ ਜਿੱਤਦੇ ਆ ਤਾਂ ਇਹ ਵੀ ਇੱਕ ਮਿਹਨਤ ਆ ਆਪਦੇ ਬੱਚਿਆਂ ਦੇ ਫਿਊਚਰ ਵਾਸਤੇ। ਸੋ ਬੇਨਤੀ ਆ ਕਿ ਉੱਥੇ ਜ਼ਰੂਰ ਪਹੁੰਚੋ। ਬਾਕੀ ਜਾਣ ਦੀ ਰੂਪਰੇਖਾ ਇਹ ਆ, ਤੁਹਾਡੇ ਅੱਗੇ ਬੇਨਤੀ ਆ ਕਿ ਇੱਕ ਸਿਸਟਮ ਬਣਾ ਲਓ। ਬੇਸ਼ੱਕ ਤੁਸੀਂ 10 ਬੰਦੇ ਚੱਲ ਜਾਓ ਉੱਥੇ ਜਾਂ 5 ਚੱਲ ਜਾਓ, ਜਿੰਨੇ ਵੀ ਜਾਓ ਉਹਨੂੰ ਕੰਟੀਨਿਊ ਰੱਖੋ ਉੱਥੇ। ਜਿੱਦਾਂ ਇੱਕ ਜਥਾ ਭੇਜ ਲਓ, ਮਗਰ ਦੂਜਾ ਜਥਾ ਭੇਜ ਦਿਓ, ਉਹ ਪਹਿਲੇ ਵਾਲੇ ਵਾਪਸ ਆ ਜਾਣ। ਇੰਨੇ ਕੁ ਦਿਨਾਂ ਦਾ ਰੱਖ ਲਓ ਕਿ ਤੁਹਾਡਾ ਬੈਕ ਪਿੱਛੇ ਸਰਕਲ ਵੀ ਚੱਲਦਾ ਰਹੇ। ਜੇ ਆਪਾਂ ਇੱਕੋ ਬੰਦੇ ਨੂੰ ਕਹੀਏ ਤੂੰ ਮਹੀਨਾ ਜਾ ਕੇ ਬੈਠ ਜਾ ਜਾਂ 20 ਦਿਨ ਬੈਠ ਜਾ, ਉਹ ਨਹੀਂ ਬੈਠ ਸਕਦਾ, ਕਿਉਂਕਿ ਹਰ ਇੱਕ ਦੇ ਘਰ ਦੇ ਕੰਮ ਹੀ ਇਦਾਂ ਦੇ ਮਜਬੂਰੀਆਂ ਵਾ। ਪਰ ਜੇ ਆਪਾਂ ਮੰਨ ਲਓ ਹਫਤਾ 4-5 ਬੰਦੇ ਆਪਾਂ ਘੱਲ ਦਿੰਦੇ ਆ, ਉਹ ਹਫਤਾ ਉੱਥੇ ਰੁਕਦੇ ਆ, ਮਗਰ 5 ਬੰਦੇ ਹੋਰ ਚੱਲ ਜਾਂਦੇ ਆ, ਉਹ ਪਹਿਲੇ ਵਾਪਸ ਆ ਜਾਂਦੇ ਆ। ਉਹ ਆਪਣੀ ਬੇਸ਼ੱਕ ਉੱਥੇ ਇੱਕ ਟਰਾਲੀ ਦਾ ਸਿਸਟਮ ਰੱਖ ਲਓ, ਜਾਂ ਉੱਥੇ ਜਿਵੇਂ KFC ਵਿੱਚ ਜਾਂ ਦੂਸਰਾ ਇੱਕ ਮਾਲ ਹੈ TDI ਮਾਲ ਹੈਗਾ, ਉੱਥੇ ਰਹਿਣ ਦੀ ਵੀ ਸਹੂਲਤ ਹੈਗੀ ਆ, ਕੁਝ ਟੈਂਟ ਵੀ ਲੱਗੇ ਹੋਏ ਹੈਗੇ ਆ। ਜਿੱਥੇ ਵੀ ਸੈਟਅਪ ਆਉਂਦਾ ਆਪਣਾ ਜਾਂ ਜਿੱਦਾਂ ਤੁਹਾਡੀ ਵਿਚਾਰ ਪੜਦੀ, ਵੈਸੇ ਟਰਾਲੀ ਪਹੁੰਚ ਜਾਵੇ ਤਾਂ ਸਭ ਤੋਂ ਵਧੀਆ, ਕਿਉਂਕਿ ਇੱਕ ਜਗ੍ਹਾ ਇਕੱਠੇ ਹੋ ਕੇ ਆਪਣਾ ਸਮਾਨ ਟਿਕਿਆ ਰਹਿੰਦਾ, ਆਪਾਂ ਨੂੰ ਚੱਕ ਕੇ ਨਹੀਂ ਇੱਧਰ ਉੱਧਰ ਤੁਰਨਾ ਪੈਂਦਾ। ਤੇ ਨਾਲੇ ਟਰਾਲੀਆਂ ਦੀ ਜਿਹੜੀ ਤਾਦਾਦ ਆ ਨਾ ਉਹ ਕਾਊਂਟ ਹੁੰਦੀ ਹੈ। ਅਸੀਂ ਆਸੇ-ਪਾਸੇ ਜਿੱਦਾਂ ਰਹਿੰਦੇ ਆ ਜਾਂ ਟਰਾਲੀ ਜਾਂ ਗੱਡੀ ਇਹ ਚੀਜ਼ ਕਾਊਂਟ ਹੁੰਦੀ ਆ ਵੀ ਇੰਨੀ ਜਨਤਾ ਇੱਥੇ ਪਹੁੰਚ ਗਈ ਆ। ਆਪਾਂ ਜੇ ਇਤਿਹਾਸ ਵੱਲ ਵੀ ਦੇਖੀਏ ਨਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸਰਹੰਦ ਦੀ ਜੰਗ ਜਿੱਤੀ ਸੀ ਨਾ, ਤੇ ਉਦੋਂ ਉਹਨਾਂ ਨੇ ਕੀ ਕੀਤਾ ਸੀਗਾ ਕਿ ਥੋੜੀ ਜਿਹੀ ਫੌਜ ਦੀ ਟੁਕੜੀ ਇਹਨਾਂ ਪਿੱਛੇ ਰੱਖ ਲਈ। ਜਦੋਂ ਸ਼ਾਮਾਂ ਪਈਆਂ, ਦੋਨੋਂ ਤਰ੍ਹਾਂ ਦੀਆਂ ਫੌਜਾਂ ਜਿਹੜੀਆਂ ਥੱਕ ਚੁੱਕੀਆਂ ਸੀ, ਤਾਂ ਵਿੱਚੋਂ ਇੱਕ ਸਿੰਘ ਨੇ ਆਣ ਕੇ ਕਿਹਾ ਬਾਬਾ ਜੀ ਕਿ ਦੋਨੋਂ ਤਰ੍ਹਾਂ ਦੀਆਂ ਫੌਜਾਂ ਵੀ ਥੱਕ ਚੁੱਕੀਆਂ ਵਾ, ਸ਼ਾਮ ਵੀ ਪੈ ਚੁੱਕੀ ਆ, ਵੀ ਆਪਾਂ ਜੇ ਜੰਗ ਰੋਕ ਲਈਏ, ਮੋਸਟਲੀ ਹੁੰਦਾ ਸੀ ਕਿ ਰਾਤ ਨੂੰ ਗੱਲਾਂ ਰੁਕ ਜਾਂਦੀਆਂ ਸੀ, ਸਵੇਰ ਨੂੰ ਫਿਰ ਚੱਲ ਸ਼ੁਰੂ ਹੋ ਜਾਂਦੀ। ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਕਿ ਹੁਣ ਲੜਾਈ ਜਿਹੜੀ ਹੈ ਨਾ ਉਹ ਘੰਟਿਆਂ ਦੀ ਨਹੀਂ ਪਲਾਂ ਦੀ ਰਹਿ ਗਈ, ਤੇ ਜਿਹੜੀ ਫੌਜ ਜ਼ਿਆਦਾ ਦੇਰ ਟਿਕ ਗਈ ਉਹ ਜੰਗ ਜਿੱਤ ਗਈ। ਤੇ ਨਾਲ ਹੀ ਉਹਨਾਂ ਨੇ ਜਿਹੜੀ ਫੌਜ ਦੀ ਟੁਕੜੀ ਪਿੱਛੇ ਰੱਖੀ ਹੋਈ ਸੀ ਉਹਨੂੰ ਜੰਗ ਵਿੱਚ ਭੇਜਤਾ। ਉਹਦੇ ਨਾਲ ਕੀ ਹੋਇਆ ਕਿ ਜਿਹੜੇ ਜੰਗ ਲੜ ਰਹੇ ਸੀਗੇ, ਜਿਹੜੇ ਪਹਿਲਾਂ ਕਹਿ ਰਹੇ ਸੀਗੇ ਵੀ ਆਪਾਂ ਰੋਕ ਲਈਏ, ਉਹਨਾਂ ਦਾ ਹੌਸਲਾ ਇੰਨਾ ਵੱਧ ਗਿਆ ਕਿ ਉਹ ਦੁੱਗਣੇ ਜੋਸ਼ ਨਾਲ ਲੜਨ ਲੱਗ ਪਏ, ਤੇ ਜਿਹੜੀ ਦੁਸ਼ਮਣ ਦੀ ਫੌਜ ਸੀਗੀ ਉਹ ਪਿੱਛੇ ਹਟ ਗਈ। ਠੀਕ ਹੈ ਜੀ। ਹੁਣ ਸਮਝ ਲਓ ਵੀ ਆਪਾਂ ਜਿਹੜੇ ਅੱਗੇ ਨਹੀਂ ਗਏ, ਇਹ ਉਹ ਫੌਜ ਦੀ ਟੁਕੜੀ ਸੀਗੀ ਜਿਹੜੀ ਫਰੈਸ਼ ਬੈਠੀ ਹੈ, ਤੇ ਉਧਰ ਲੜਾਈ ਜਿਹੜੀ ਆ ਕਹ ਲਓ ਇੱਕ ਲੜਾਈ ਆ ਸਰਕਾਰ ਦੇ ਨਾਲ, ਉਹ ਬਰਾਬਰ ਤੇ ਹੋ ਚੁੱਕੀ ਆ। ਹੁਣ ਜਿਹੜੀ ਧਿਰ ਜ਼ਿਆਦਾ ਟਿਕ ਗਈ ਉਹ ਜੰਗ ਜਿੱਤ ਗਈ। ਤੇ ਜੇ ਆਪਾਂ ਇੱਥੋਂ ਜਿਹੜੀ ਆਪਣੀ ਤਾਜੀ ਫੌਜ ਆ ਜਿਹੜੀ ਪਹਿਲਾਂ ਨਹੀਂ ਗਈ, ਇਹ ਪਹੁੰਚ ਜਵੇ ਉੱਥੇ, ਤੇ ਜਿਹੜੇ ਉੱਥੇ ਬੈਠੇ ਆ ਜਦੋਂ ਵਾਪਸ ਆਈ ਹੈ ਨਾ 26 ਨੂੰ ਸੰਗਤ, ਜਿਹੜੇ ਪੱਕੇ ਬੈਠੇ ਸੀ ਉਹ ਵਾਪਸ ਨਹੀਂ ਆਏ। ਉਹ ਉੱਥੇ ਉਹ ਟਰਾਲੀਆਂ ਉੱਥੇ ਦੀਆਂ ਉੱਥੇ ਸੀਗੀਆਂ, ਪਰ ਇਹ ਆ ਵੀ ਉਹ ਇੱਕ ਮੀਡੀਆ ਦੇ ਪ੍ਰਚਾਰ ਨੇ ਕਿਤੇ ਨਾ ਕਿਤੇ ਨਿਰਾਸ਼ਾ ਲਿਆਉਂਦੀ। ਪਰ ਜਦੋਂ ਆਪਾਂ ਦੁਬਾਰਾ ਉੱਥੇ ਜਾ ਕੇ ਪੂਰਾ ਜੋਸ਼ ਭਰਾਂਗੇ, ਮਗਰ ਉਹਨਾਂ ਦੇ ਖੜਾਂਗੇ, ਤੇ ਉਹਨਾਂ ਵਿੱਚ ਵੀ ਜੋਸ਼ ਭਰਦਾ ਜਾਏਗਾ। ਤੋ ਇਸ ਕਰਕੇ ਆਪਾਂ ਉਹ ਜੰਗ ਨੂੰ ਜਿੱਤਣ ਦੇ ਮੋੜ ਤੇ ਲੈ ਚਲੀਏ, ਤਾਂ ਜੋ ਇਹਨਾਂ ਸੰਘਰਸ਼ ਜਿਹੜਾ ਲੰਬਾ ਲੜਿਆ ਸੀ ਉਹ ਜਿੱਤ ਸਕੀਏ। ਇੱਕ ਤਾਂ ਜ਼ਾਲਮ ਸਰਕਾਰ ਦਾ ਮੂੰਹ ਭੰਨਿਆ ਜਾਵੇ, ਤੇ ਦੂਜਾ ਇਹ ਵੀ ਸਾਡੇ ਤੇ ਜਿਹੜੇ ਕਾਲੇ ਕਾਨੂੰਨ ਆ ਅਸੀਂ ਇਹਨਾਂ ਤੋਂ ਬਚ ਸਕੀਏ। ਇੱਕ ਵਾਰੀ ਲਾਗੂ ਹੋ ਗਏ, ਮੁੜ ਕੇ ਤੁਹਾਨੂੰ ਪਤਾ ਹੈ ਅੱਜ ਇਹਨਾਂ ਨੂੰ ਰੋਕਣ ਤੇ ਹੀ ਸਾਨੂੰ ਇੰਨਾ ਸੰਘਰਸ਼ ਕਰਨਾ ਪੈ ਰਿਹਾ ਹੈ। ਤੇ ਜਦੋਂ ਲਾਗੂ ਹੋ ਗਏ ਉਸ ਤੋਂ ਬਾਅਦ 'ਚ ਦੇਖੋ ਜੀ ਇਹ ਈਸਟ ਇੰਡੀਆ ਕੰਪਨੀ ਆਈ ਸੀ ਇੱਕ ਇੰਡੀਆ 'ਚ, ਔਰ ਉਸ ਕੰਪਨੀ ਦਾ ਦਾਇਰਾ ਵਾਧਾ ਇੱਥੋਂ ਤੱਕ ਆ ਗਿਆ ਕਿ ਦੇਸ਼ ਗੁਲਾਮ ਹੋ ਗਿਆ। ਔਰ ਉਸ ਦੇਸ਼ ਨੂੰ ਗੁਲਾਮੀ ਤੋਂ ਮੁੜ ਕੇ ਆਜ਼ਾਦੀ ਵੱਲ ਲਿਆਉਣ ਵਾਸਤੇ ਜੋ ਸੰਘਰਸ਼ ਸਾਡੇ ਵੱਡੇ ਵਡੇਰਿਆਂ ਲੜੇ, ਆਪਾਂ ਨੂੰ ਪਤਾ, ਆਪਾਂ ਇਤਿਹਾਸ ਪੜ੍ਹਦੇ ਆ, ਔਰ ਕਿੰਨਾ ਕੁਝ ਸਹਿਣਾ ਪਿਆ 47 ਵਿੱਚ। ਸਾਨੂੰ ਜੋ ਸਹਿਣਾ ਪਿਆ ਮੈਨੂੰ ਲੱਗਦਾ ਪੂਰੇ ਦੇਸ਼ ਦੇ ਕਿਸੇ ਹਿੱਸੇ ਦੇ ਨਹੀਂ ਪਿਆ। ਤੇ ਜੇ ਹੁਣ ਇਹ ਵੀ ਇੱਕ ਰਿਲਾਇੰਸ ਇੰਡੀਆ ਕੰਪਨੀ ਬਣ ਕੇ ਆਈ, ਔਰ ਜਿਸ ਹਿਸਾਬ ਨਾਲ ਦਾਇਰਾ ਇਹਦਾ ਵੱਧ ਰਿਹਾ, ਜੇ ਆ ਤਿੰਨੇ ਕਾਨੂੰਨ ਜਿਹੜੇ ਆ ਇਹ ਵਾਕਈ ਆਪਣੀ ਜਗ੍ਹਾ ਹੋ ਜਾਂਦੇ ਆ, ਤੇ ਇਹਦਾ ਦਾਇਰਾ ਇਹਦਾ ਵੱਧ ਜਾਏਗਾ ਕਿ ਕੁਝ ਸਾਲਾਂ ਵਿੱਚ ਦੇਸ਼ ਫਿਰ ਗੁਲਾਮ ਹੋ ਜਾਏਗਾ, ਇਸ ਕੰਪਨੀ ਦਾ ਗੁਲਾਮ ਹੋ ਜਾਏਗਾ। ਔਰ ਆਪਾਂ ਨਹੀਂ ਚਾਹੁੰਦੇ ਵੀ ਮੁੜ ਕੇ ਇਸ ਗੁਲਾਮੀ ਚੋਂ ਕੱਢਣ ਵਾਸਤੇ ਇੰਨੀ ਤਕੜੀ ਜਿਹੜੀ ਆ ਉਹ ਸ਼ਹਾਦਤ ਦੇਣੀ ਹੋਵੇ। ਹੁਣ ਮੌਕਾ ਹੈ, ਹੁਣ ਮੌਕਾ ਪਾਸਾ ਹੋਵੇ। ਬਾਕੀ ਜਿਹੜੇ ਨੌਜਵਾਨ ਵੀਰ ਆ ਇਹਨਾਂ ਨੂੰ ਇੱਕ ਮੇਰੀ ਜ਼ਰੂਰ ਬੇਨਤੀ ਆ ਕਿ ਆਪਾਂ ਜਾਣਾ ਹੈ, ਜੋ ਆਪਾਂ ਗੱਲ ਹੈ ਉਹ ਸੰਯੁਕਤ ਕਿਸਾਨ ਮੋਰਚੇ ਦੀ ਮੰਨੀ, ਜੋ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸਿੰਘੂ ਬਾਰਡਰ ਦੀ ਸਟੇਜ ਤੋਂ ਐਲਾਨ ਹੋ ਰਿਹਾ, ਜਾਂ ਅਫੀਸ਼ੀਅਲ ਸਟੇਟਮੈਂਟਸ ਜਿਹੜੀਆਂ ਉਹਨਾਂ ਦੇ ਫੇਸਬੁੱਕ ਪੇਜ ਜਾਂ ਇੰਸਟਾਗ੍ਰਾਮ ਪੇਜ ਆ ਉਹ ਦੇ ਰਹੇ ਆ, ਆਪਾਂ ਉਹਨੂੰ ਫੋਲੋ ਕਰਨਾ।